ਇਹ ਵੇਖੋ ਨਾ ਹੁਣ ਇਹ ਸਾਡੀ 1,80,000 ਦੀ ਖਰੀਦ ਹੈ। ਇਹ ਕਿੰਨੇ ਜਾਨਵਰਾਂ ਦੀ? ਜਾਨਵਰ ਦੀ ਸਾਡਾ 2 ਲੱਖ ਰੁਪਇਆ ਉੱਤੇ ਖਰਚਾ ਆਇਆ ਤੇ ਅਲਹਮਦੁਲਿਲਾ ਕਿ ਸਾਡੀ ਡਿਮਾਂਡ 7 ਲੱਖ ਹੈ, ਬਾਕੀ ਸਾਨੂੰ 6 ਲੱਖ ਰੁਪਇਆ ਮਿਲਦਾ ਪਿਆ। ਇਹ ਅਸੀਂ ਲਿਆਂਦਾ ਵੇ ਮਨ ਸਵਾ ਮਨ ਦੀ ਖਰੀਦ ਕਰਕੇ। ਮਨ ਸਵਾ ਮਨ ਜ਼ਿੰਦਾ ਜਾਂ ਗੋਸ਼ਤ? ਗੋਸ਼ਤ। ਇਹ ਮਨ ਸਵਾ ਮਨ ਦੀ ਖਰੀਦ ਕੀਤੀ ਹੈ ਤੇ ਸਾਨੂੰ 18,000 ਦੇ ਵਿੱਚ ਇਹ ਘਰ ਪਿਆ ਸੀ। अस्सलाम वालेकुम। वालेकुम अस्सलाम जी। सर की हाल है? अल्लाह का शुक्र जी। सब तो पहले तुहाडा शुक्रिया अदा करांगा कि तुसी अपना कीमती वक्त दिता है। बड़े दोस्तां दी फरमाइश सी कि अलियास साहब दा दोबारा इंटरव्यू करो। बड़ी मेहरबानी। दोस्तां नूं एक दफा फिर अपना ते अपने इलाके दा तारफ करवा दिओ। साडा जी इलाका सियालकोट ते पिंड दा नाम ही दस दवो। पिंड दा नाम है पाने वाली, बाने वाली, मोतरा पड़ियाना रोड पीरो चक। ठीक है। अच्छा सर, ਇਹ ਜਿਹੜੇ ਜਾਨਵਰ ਸਾਹਮਣੇ ਨਜ਼ਰ ਆ ਰਹੇ ਨੇ ਇਹਨਾਂ ਦੀ ਖਰੀਦਦਾਰੀ ਦੇ ਮੁਤਲਕ ਦੱਸੋ ਕਿ ਕਿੰਨਾ ਅਰਸਾ ਪਹਿਲੇ ਤੁਸੀਂ ਲੈ ਕੇ ਆਏ ਹੋ ਤੇ ਹੁਣ ਤੱਕ ਇਹਨਾਂ ਤੇ ਕੀ ਕੋਈ ਹਰਜਾਤ ਆਏ ਨੇ? ਮਾਸ਼ਾਅੱਲਾ ਇਹਨਾਂ ਦੀ ਗਰੋਥ ਤੇ ਬੜੀ ਅੱਛੀ ਹੋਈ ਹੈ। ਇਹ ਸਰ 11ਵੇਂ ਮਹੀਨੇ ਦੀ 22 ਤਾਰੀਖ ਦੇ ਆਏ। ਅੱਜ 23 ਤਰੀਕ ਹੈ ਦੂਸਰੇ ਮਹੀਨੇ ਦੀ। ਹਾਂਜੀ ਬਿਲਕੁਲ 3 ਮਹੀਨੇ ਹੋ ਗਏ ਨੇ। 91 ਦਿਨ ਹੋ ਗਏ ਨੇ। 100 ਦਿਨਾਂ ਦਾ ਪੀਰੀਅਡ। 10 ਬੋਰੀਆਂ ਜਿਹਨਾਂ ਦੀ ਫੀਡ ਰਹਿੰਦੀ ਹੈ, 90 ਬੋਰੀਆਂ ਖਾ ਗਏ ਨੇ। ਇਹਨਾਂ ਦੀ ਪੋਜੀਸ਼ਨ ਠੀਕ ਹੈ। ਮਾਸ਼ਾਅੱਲਾ ਟੋਟਲ ਜਾਨਵਰ ਕਿੰਨੇ ਨੇ ਤੇ ਇਹਦੇ ਚ ਕੱਟੇ ਕਿੰਨੇ ਨੇ ਤੇ ਬੱਚੇ ਕਿੰਨੇ ਨੇ? ਇਹ ਟੋਟਲ ਜਾਨਵਰ 10 ਨੇ, ਇੱਕ ਬੱਚਾ ਤੇ 5 ਕੱਟੇ। ਜਿਹੜਾ ਕਿ ਬੱਚਾ ਵੀ ਉਹਨਾਂ ਦੇ ਨਾਲ ਹੀ ਬਰਾਬਰ ਤੇ ਹੀ ਆਇਆ ਤੇ ਬਰਾਬਰ ਤੇ ਫੀਡ ਖਾਦੀ ਉਹਨੇ ਤੇ ਬਰਾਬਰ ਤੇ ਵਜ਼ਨ ਕੀਤਾ। ਕਈ ਦੋਸਤ ਪੁੱਛਦੇ ਨੇ ਕਿ ਕੱਟਾ ਜ਼ਿਆਦਾ ਵਜ਼ਨ ਕਰਦਾ ਜਾਂ ਬੱਚਾ ਜ਼ਿਆਦਾ ਵਜ਼ਨ ਕਰਦਾ, ਤੇ ਇਸ ਵੇਲੇ ਤੁਸੀਂ ਦੇਖ ਲਵੋ ਕਿ ਬੱਚੇ ਦਾ ਵੀ ਉਹੀ ਵਜ਼ਨ ਹੈ ਤੇ ਕੱਟੇ ਦਾ ਵੀ ਉਹੀ ਵਜ਼ਨ ਹੈ। ਉਸੇ ਖਰੀਦ ਦਾ ਕੱਟਾ ਹੋਵੇ, ਉਸੇ ਖਰੀਦ ਦੇ ਵਿੱਚ। ਇੱਥੇ ਇੱਕ ਸਵਾਲ ਪੈਦਾ ਹੁੰਦਾ, ਤੁਸੀਂ ਇਹਨਾਂ ਦੀ ਖਰੀਦਦਾਰੀ ਕੀਤੀ ਹੈ 11ਵੇਂ ਮਹੀਨੇ 'ਚ ਜਦੋਂ ਸਖਤ ਸਰਦੀ ਹੁੰਦੀ ਹੈ। ਕੁਝ ਦੋਸਤ ਕਹਿੰਦੇ ਨੇ ਕਿ ਸਰਦੀ ਵਿੱਚ ਕੱਟਿਆਂ ਤੇ ਬੱਚਿਆਂ ਦਾ ਵਜ਼ਨ ਨਹੀਂ ਵੱਧਦਾ। ਕੱਟਿਆਂ ਤੇ ਬੱਚਿਆਂ ਦਾ ਵਜ਼ਨ ਸਰਦੀ ਹੋਵੇ ਜਾਂ ਗਰਮੀ ਹੋਵੇ, ਜਿੰਨੇ ਬਰਕਤ ਫੀਡ ਪਾਣੀ ਹੈ, ਜਿਹਨੇ ਬਰਕਤ ਵੰਡਾ ਪਾਣਾ ਵੇ, ਉਹਨੇ 12 ਮਹੀਨੇ ਇੱਕ ਜੈਸਾ ਵਜ਼ਨ ਲੈਣਾ। ਜਿਹੜੇ ਦੂਸਰੀਆਂ ਫੀਡਾਂ ਦੂਸਰੇ ਵੰਡੇ ਇਸਤੇਮਾਲ ਕਰਦੇ ਨੇ ਉਹਨਾਂ ਦਾ ਸਾਨੂੰ ਨਹੀਂ ਪਤਾ। ਉਹ ਤੇ ਜਦੋਂ ਵੀ ਉਹਨਾਂ ਨੂੰ ਪੁੱਛਿਆ ਹੋਵੇ ਉਹਨਾਂ ਨੇ ਤੇ ਲਾਮਾ ਹੀ ਦਿੱਤਾ। ਬਾਕੀ ਅਲਹਮਦੁਲਿਲਾ ਬਰਕਤ ਫੀਡ ਪਾਉਂਦੇ ਆ ਤੇ ਇਨਸ਼ਾਅੱਲਾ ਸਾਨੂੰ ਕਦੀ ਵੀ ਪਛਤਾਵਾ ਨਹੀਂ ਹੋਇਆ ਜਾਂ ਕਦੀ ਨੁਕਸਾਨ ਨਹੀਂ ਹੋਇਆ। ਇੱਕ ਜੈਸਾ ਰਿਜ਼ਲਟ ਆ ਰਿਹਾ, ਇੱਕ ਜੈਸਾ ਮੁਨਾਫਾ ਆ ਰਿਹਾ, ਬਲਕਿ ਵੱਧ ਤੋਂ ਵੱਧ ਹੀ ਆ ਰਿਹਾ। ਇਹ ਵੇਖੋ ਨਾ ਹੁਣ ਇਹ ਸਾਡੀ 1,80,000 ਦੀ ਖਰੀਦ ਹੈ। ਇਹ ਕਿੰਨੇ ਜਾਨਵਰਾਂ ਦੀ? ਜਾਨਵਰ ਦੀ ਸਾਡਾ 2 ਲੱਖ ਰੁਪਇਆ ਉੱਤੇ ਖਰਚਾ ਆਇਆ ਤੇ ਅਲਹਮਦੁਲਿਲਾ ਕਿ ਸਾਡੀ ਡਿਮਾਂਡ 7 ਲੱਖ ਹੈ, ਬਾਕੀ ਸਾਨੂੰ 6 ਲੱਖ ਰੁਪਇਆ ਮਿਲਦਾ ਪਿਆ। ਮਾਸ਼ਾਅੱਲਾ 1,80,000 ਖਰੀਦ ਹੈ, 2 ਲੱਖ ਖਰਚਾ ਆਇਆ, ਯਾਨੀ ਕਿ 3,80,000 ਟੋਟਲ ਹੋ ਗਿਆ, 6 ਲੱਖ ਲੱਗ ਗਿਆ। 10 ਬੋਰੀਆਂ ਪਿੱਛੇ ਨੇ, 20,000 ਰੁਪਇਆ ਇਹਨਾਂ ਦੇ ਹੋਰ ਖਰਚਾ ਆਉਣਾ। ਅਗਰ ਅਸੀਂ ਰੱਖੀਏ ਪੂਰਾ 100 ਦਿਨ ਤੇ ਪਤਾ ਨਹੀਂ ਹੁਣ ਅੱਜ ਵਿਕ ਜਾਂਦੇ ਨੇ, ਕੱਲ ਵਿਕ ਜਾਂਦੇ ਨੇ, ਇਹ ਵਿਕ ਜਾਣੇ ਨੇ। ਬਾਕੀ ਇਨਸ਼ਾਅੱਲਾ ਅਸੀਂ ਵੇਚਣ ਨੇ। ਲਿਆ ਸਾਹਿਬ ਬਰਕਤ ਫੀਡ ਹੀ ਕਿਉਂ? ਕਿਉਂਕਿ ਪਹਿਲੇ ਵੀ ਦੋਸਤਾਂ ਪੁੱਛਿਆ ਕਿ ਜਿਹੜੀਆਂ ਵੀਡੀਓ ਬਣੀਆਂ ਨੇ ਬਰਕਤ ਫੀਡ ਦੀ ਤਾਰੀਫ ਜ਼ਿਆਦਾ ਕੀਤੀ ਹੈ, ਇਹਦੀ ਵਜ੍ਹਾ ਦੱਸੋ ਕਿ ਬਰਕਤ ਫੀਡ 'ਚ ਕਿਹੜੀ ਕੋਈ ਖਾਸ ਵਜ੍ਹਾ ਹੈ? ਬਰਕਤ ਫੀਡ ਦੇ ਵਿੱਚ ਖਾਸ ਵਜ੍ਹਾ ਕੀ ਹੈ? ਖਾਸ ਵਜ੍ਹਾ ਤੁਹਾਡੇ ਸਾਹਮਣੇ, ਰਿਜ਼ਲਟ ਤੁਹਾਡੇ ਸਾਹਮਣੇ ਨੇ। ਦੋਸਤਾਂ ਨੇ ਅਸੀਂ ਤੇ ਹੋਰ ਕੋਈ ਫੀਡ ਯੂਜ਼ ਨਹੀਂ ਕੀਤੀ 3 ਸਾਲ ਤੋਂ ਪਹਿਲਾਂ। ਹਾਂ ਕੀਤੀਆਂ ਨੇ, ਬਾਕੀ ਹਾਂ 3 ਸਾਲ ਤੋਂ ਯੂਜ਼ ਨਹੀਂ ਹੋਰ ਕੋਈ ਫੀਡ ਕੀਤੀ। ਨਾ ਕਿਸੇ ਦਾ ਰਿਜ਼ਲਟ ਵੇਖਿਆ ਇਸ ਤੋਂ ਜ਼ਿਆਦਾ, ਤੇ ਨਾ ਸਾਡਾ ਦਿਲ ਕੀਤਾ ਕਿ ਅਸੀਂ ਕੋਈ ਹੋਰ ਫੀਡ ਯੂਜ਼ ਕਰ ਲਈਏ ਜਾਂ ਹੋਰ ਵੰਡਾ ਯੂਜ਼ ਕਰ ਲਈਏ। ਤੇ ਸਰ ਜਿਹੜੀ ਬਰਕਤ ਫੀਡ ਹੈ ਇਹਦੇ ਵਿੱਚ ਵੀ ਅੱਗੇ ਕੋਈ ਕੈਟਾਗਰੀ ਹੈ ਜਾਂ ਕਿ ਇੱਕ ਹੀ ਫੀਡ ਹੈ ਜਿਹੜੀ ਕੱਟਿਆਂ ਬੱਚਿਆਂ ਵਾਸਤੇ ਇਸਤੇਮਾਲ ਹੁੰਦੀ ਹੈ? ਇਹ ਜਨਾਬ ਦੁੱਧ ਵਾਲੀ ਵੱਖਰੀ ਹੈ, ਕੱਟਿਆਂ ਬੱਚਿਆਂ ਵਾਲੀ ਵੱਖਰੀ ਹੈ। ਅਸੀਂ ਇਹ ਮੀਟ ਪਲੱਸ ਹੈ ਜੀ, ਅਸੀਂ ਮੀਟ ਪਲੱਸ ਦਾ ਹੀ ਕੰਮ ਕਰਨੇ ਆ, ਦੁੱਧ ਵਾਲੀ ਦਾ ਕੰਮ ਅਸੀਂ ਨਹੀਂ ਕਰਦੇ। ਤੇ ਅਸੀਂ ਗੋਸ਼ਤ ਵਾਲੀ ਦਾ ਕੰਮ ਕਰਨੇ ਆ ਤੇ ਗੋਸ਼ਤ ਵਾਲੀ ਮੰਗਾਉਂਦੇ ਆ ਤੇ ਗੋਸ਼ਤ ਵਾਲੀ ਦੋਸਤਾਂ ਨੂੰ ਦਿੰਦੇ ਆ ਤੇ ਗੋਸ਼ਤ ਵਾਲੀ ਆਪੀ ਇਸਤੇਮਾਲ ਕਰਨੇ ਆ। ਠੀਕ ਹੈ ਸਰ। ਟੋਟਲ ਜਾਨਵਰ ਤੁਸੀਂ ਪਹਿਲੇ ਮੈਂ ਪੁੱਛਿਆ, ਤੁਸੀਂ ਕਿਹਾ 5 ਕੱਟੇ ਤੇ 1 ਬੱਚਾ ਹੈ। 9 ਕੱਟੇ ਤੇ 1 ਬੱਚਾ ਸਰ ਟੋਟਲ। ਠੀਕ ਹੈ, ਟੋਟਲ 10 ਜਾਨਵਰ ਨੇ। 10 ਜਾਨਵਰ ਨੇ।
ਇਹਨਾਂ ਦੀ ਸਰ ਖਰੀਦਦਾਰੀ ਦੇ ਮੁਤਲਕ ਵੀ ਦੋਸਤਾਂ ਨੂੰ ਦੱਸੋ। ਮਾਸ਼ਾਅੱਲਾ ਜਾਨਵਰ ਜਿੰਨੇ ਵੀ ਨਜ਼ਰ ਆਉਂਦੇ ਨੇ ਪਏ ਸਿਹਤਮੰਦ ਨੇ ਤੇ ਇਹਨਾਂ ਅੱਛੀ ਗਰੋਥ ਕੀਤੀ ਹੈ। ਇਹ ਸਾਡਾ 18000 ਰੁਪਏ ਦਾ ਫੀ ਜਾਨਵਰ ਖਰੀਦਦਾਰੀ ਹੈ। ਪਹੁੰਚ ਹਾਂਜੀ, ਜਿਹੜਾ ਸਰ 18000 ਦਾ ਜਾਨਵਰ ਪਹੁੰਚ ਪਿਆ ਹੈ, ਉਹ ਤੁਸੀਂ ਦੱਸਣਾ ਕੇਸ ਮੰਡੀ ਚੋਂ ਲੈ ਕੇ ਆਏ ਹੋ ਤੇ ਉਹਦਾ ਜਿਹੜਾ ਵਜ਼ਨ ਹੈ ਜ਼ਿੰਦਾ ਜਾਂ ਗੋਸ਼ਤ ਹੈ ਇਹ ਵੀ ਕਲੀਅਰ ਕਰਨਾ ਹੈ। ਬਾਜ਼ ਔਕਾਤ ਦੋਸਤਾਂ ਨੂੰ ਇਹ ਅਸੀਂ ਲਿਆਂਦਾ ਵੇ ਮਨ ਸਵਾ ਮਨ ਦੀ ਖਰੀਦ ਕਰਕੇ। ਮਨ ਸਵਾ ਮਨ ਜ਼ਿੰਦਾ ਜਾਂ ਗੋਸ਼ਤ? ਇਹ ਮਨ ਸਵਾ ਮਨ ਦੀ ਖਰੀਦ ਕੀਤੀ ਹੈ ਤੇ ਸਾਨੂੰ 18000 ਦੇ ਵਿੱਚ ਇਹ ਘਰ ਪਿਆ ਸੀ ਤੇ ਆ ਕੇ 100 ਬੋਰੀ ਦੇ 90 ਬੋਰੀਆਂ ਖਾ ਗਿਆ ਤੇ 10 ਬੋਰੀਆਂ ਨੇ ਹੋਰ ਨੇ ਜਿਹੜੀਆਂ ਕਿ ਇਹਨੂੰ ਖਵਾਉਣੀਆਂ ਨੇ ਤੇ ਸੇਲ ਕਰ ਦੇਣਾ। ਤੇ ਸਾਰਾ ਜਾਨਵਰ ਕਿਸ ਮੰਡੀ ਚ ਤੁਸੀਂ ਲਏ ਨੇ? ਇਹ ਅਸੀਂ ਲਾਹੌਰ ਮੰਡੀ ਚ ਲਿਆ। ਲਾਹੌਰ ਮੰਡੀ ਚ ਖੁਦ ਅੰਦਾਜ਼ਾ ਕਰ ਲੈਂਦੇ ਉਹਦਾ ਰੇਟ ਕਿੰਨਾ ਜਾਂ ਕਿ ਤੋਲ ਕੇ ਲੈਂਦੇ ਹੋ? ਨਹੀਂ, ਖੁਦ ਅੰਦਾਜ਼ਾ ਕਰ ਲਈਦਾ ਕਿ ਮਨਸਵਾ ਦਾ ਜਾਨਵਰ ਜਿਹੜਾ ਉਹ 17-18 ਰੁਪਏ ਦਾ 19 ਰੁਪਏ ਦਾ ਮਿਲ ਜਾਂਦਾ, ਅੱਜ ਵੀ ਮਿਲ ਜਾਂਦਾ ਹੈ। ਮਾਸ਼ਾਅੱਲਾ ਤੁਸੀਂ ਖਿਲਾੜੀ ਹੋ, ਤੁਹਾਡੀ ਖਰੀਦਦਾਰੀ ਵੀ ਮੁਨਾਸਬ ਹੀ ਹੁੰਦੀ ਹੈ। ਸਰ ਅਸੀਂ ਲਿੱਸੇ ਜਾਨਵਰ ਲਿਆਉਂਦੇ, ਅਸੀਂ ਪਲਿਆ ਜਾਨਵਰ ਨਹੀਂ ਲਿਆ ਕਦੀ। ਅਸੀਂ ਢਾਂਚੇ ਲੈਨੇ ਆ ਤੇ ਲਿਆ ਕੇ ਉਹਨਾਂ ਨੂੰ ਫੀਡ ਪਾਉਂਦੇ ਆ ਤੇ ਤਿਆਰ ਕਰਦੇ ਆ ਇਨਸ਼ਾਅੱਲਾ। ਠੀਕ ਹੈ, ਜਿਹੜੇ ਜਾਨਵਰ ਤੁਸੀਂ ਲੈਂਦੇ ਹੋ ਉਹਦੀਆਂ ਕੋਈ ਨਿਸ਼ਾਨੀਆਂ ਦੱਸੋ ਦੇ ਕਿ ਉਹਦੇ ਹੱਡ ਪੈਰ ਉਹਦੀ ਜਿਸਾਮਤ ਕਿਸ ਕਿਸਮ ਦੀ ਹੁੰਦੀ ਹੈ? ਕੋਈ ਚੀਜ਼ ਨਹੀਂ ਵਹਿੰਦੇ, ਸਾਨੂੰ ਸਿਰਫ ਮਨ ਸਵਾ ਮਨ ਵਾਲਾ ਜਾਨਵਰ ਮਿਲਣਾ ਚਾਹੀਦਾ ਵੇ। ਢਾਂਚਾ ਭਾਵੇਂ ਕਮਜ਼ੋਰ ਹੋਵੇ ਕੋਈ ਮਸਲਾ ਨਹੀਂ ਹੈ। ਅਸੀਂ ਬੇਨਸਲਾ, ਇਹ ਵੇਖੋ ਬੱਚਾ ਸਾਡਾ ਇਹ ਬੇਨਸਲਾ ਬੱਚਾ ਵੇ, ਕੋਈ ਨਸਲ ਨਹੀਂ ਇਹਦੀ। ਬਾਕੀ ਫਿਰ ਵੀ ਵੇਖੋ ਤੁਸੀਂ ਹੁਣ ਕਟਿਆਂ ਦੇ ਨਾਲ ਬਰਾਬਰ ਫੀਡ ਖਾਦੀ ਹੈ ਤੇ ਬਰਾਬਰ ਹੀ ਵਜ਼ਨ ਕੀਤਾ ਹੈ। ਫੀਡ ਦੇ ਇਲਾਵਾ ਇਹਨਾਂ ਦੀ ਤਿਆਰੀ ਵਿੱਚ ਹੋਰ ਕਿਹੜੀ ਕਿਹੜੀ ਚੀਜ਼ ਸ਼ਾਮਲ ਹੁੰਦੀ ਹੈ? ਕਿਸੇ ਕਿਸਮ ਦਾ ਕੋਈ ਚੀਜ਼ ਨਹੀਂ ਅਸੀਂ ਹੋਰ ਸ਼ਾਮਲ ਕਰਦੇ। ਇਹ ਤੂੜੀ ਤੇ ਸਟਾਲਾ ਤੇ ਫੀਡ, ਬਸ ਇਹ ਤਿੰਨ ਚੀਜ਼ਾਂ ਇਹਨਾਂ ਨੇ ਖਾਦੀਆਂ। ਇਹਨਾਂ ਦੀ ਜਿਹੜੀ ਰੋਜ਼ਾਨਾ ਦੀ ਰੂਟੀਨ ਹੈ, ਕਿੰਨੇ ਟਾਈਮ ਇਹਨਾਂ ਨੂੰ ਖੁਰਾਕ ਦੇਣੀ ਹੈ, ਕਿੰਨੀ ਤੂੜੀ ਲੈਣੀ ਹੈ, ਕਿੰਨਾ ਸਬਜ਼ ਚਾਰਾ ਲੈਣਾ ਹੈ, ਕਿੰਨਾ ਵੰਡਾ ਲੈਣਾ ਹੈ, ਇਹਦੇ ਮੁਤਲਕ ਥੋੜਾ ਦੱਸੋ। 10 ਤੋਂ 15 ਕਿਲੋ ਤੂੜੀ ਖਾਂਦੇ ਜੇ। 10 ਜਾਨਵਰ? 10 ਜਾਨਵਰ ਤੇ ਇੱਕ ਮਨ ਜਿਹੜਾ ਵੇ ਉਹ ਸਟਾਲਾ ਜੇ ਤੇ 40 ਕਿਲੋ ਫੀਡ ਹੈ। ਇਹ ਇੱਕ ਦਿਨ ਦੀ ਜਾਂ ਇੱਕ ਟਾਈਮ ਦੀ? ਇੱਕ ਦਿਨ ਦੀ ਹੈ, 24 ਘੰਟਿਆਂ ਦੀ ਖੁਰਾਕ। ਠੀਕ ਹੈ, ਖੁਰਾਕ 2 ਟਾਈਮ ਦਿੰਦੇ ਹੋ ਜਾਂ 3 ਟਾਈਮ? ਖੁਰਾਕ ਅਸੀਂ 2 ਟਾਈਮ ਦਈਏ 3 ਟਾਈਮ ਦਈਏ ਭਾਵੇਂ 24 ਘੰਟੇ ਦੇ ਦਈਏ, ਕੋਈ ਖਾਣੀ ਉਹਨੇ ਓਨੀਆਂ ਹੀ ਹੈ। 4 ਕਿਲੋ ਫੀਡ ਤੇ ਕਿਲੋ ਤੂੜੀ ਜੇ ਤੇ ਨਾਲ ਵਿੱਚ ਸਟਾਲਾ, ਬਸ ਇਹ ਫਲਾਕ ਸਟਾਲੇ ਤੂੜੀ ਤੇ ਵੰਡੇ ਦੇ ਭਲਿਆ ਹੋਵੇ। ਠੀਕ ਹੈ, ਇਹਨੂੰ ਤੀਸਰੀ ਚੀਜ਼ ਕੋਈ ਨਹੀਂ ਪਾਈ। ਇਸ ਤੋਂ ਇਲਾਵਾ ਇਹਨਾਂ ਦੀ ਜਿਹੜੀ ਕੋਈ ਵੈਕਸੀਨ ਕੀਤੀ ਜੇ ਜਾਂ ਕੋਈ ਦੇਸੀ ਚੀਜ਼ ਦਿੱਤੀ ਜੇ? ਵੈਕਸੀਨ ਬਿਲਕੁਲ ਅਸੀਂ ਬਰਕਤ ਫੀਡ ਇਸਤੇਮਾਲ ਕਰਨੇ ਆ, ਸਾਨੂੰ ਵੈਕਸੀਨ ਦੀ ਜ਼ਰੂਰਤ ਹੀ ਨਹੀਂ ਪੈਂਦੀ। ਇਹ ਪਹਿਲਾਂ ਵੀ ਮੈਂ ਦੱਸ ਚੁੱਕਾ ਵਾਂ, ਹੁਣ ਵੀ ਦੱਸਣਾ ਵਾ ਕਿ ਅਸੀਂ ਜਦੋਂ ਦੀ ਵੀ ਬਰਕਤ ਫੀਡ ਯੂਜ਼ ਕਰਨੇ ਆ ਸਾਨੂੰ ਨਾ ਕੋਈ ਮਸਲਾ ਆਇਆ ਤੇ ਨਾ ਸਾਨੂੰ ਕਿਸੇ ਮੈਡੀਸਨ ਦੀ ਜ਼ਰੂਰਤ ਪਈ ਹੈ, ਨਾ ਕਿਸੇ ਡਾਕਟਰ ਦੀ ਜ਼ਰੂਰਤ ਪਈ ਹੈ ਤੇ ਡਿਵਰਮਿੰਗ ਵਗੈਰਾ ਤੇ ਕਰਵਾਈ ਦੀ ਹੈ ਬਸ। ਤੇ ਸਰ ਇਹਨਾਂ ਦਾ ਜਿਹੜਾ ਪੀਰੀਅਡ ਹੈ ਉਹ 3 ਮਹੀਨੇ ਵੇ ਜਾਂ 3.5 ਮਹੀਨੇ ਵੇ ਜਾਂ 4 ਮਹੀਨੇ ਵੇ? 100 ਦਿਨ। 100 ਦਿਨ, 3 ਮਹੀਨੇ ਤੇ 10 ਦਿਨ। 100 ਦਿਨ ਦੇ ਵਿੱਚ ਤਿਆਰ ਹੋ ਗਏ ਨੇ ਇਹਨਾਂ ਦੇ, 10 ਦਿਨ ਬਾਕੀ ਨੇ ਸਿਰਫ 100 ਦਿਨ ਹੋਣ ਦੇ ਵਿੱਚ। 90-92 ਦਿਨ ਹੋ ਗਏ ਨੇ ਜੀ। ਇਹਨਾਂ ਦੀਆਂ 7-8 ਬੋਰੀਆਂ ਪਿੱਛੇ ਬਕਾਇਆ ਨੇ, ਉਹ ਅਗਰ ਜਾਂਦੇ ਜਾਂਦੇ ਖਾ ਗਏ ਤੇ ਖਾ ਗਏ, ਰਹਿ ਗਈਆਂ ਤੇ ਰਹਿ ਗਈਆਂ। ਠੀਕ ਹੈ, ਕਿਉਂਕਿ ਅਸੀਂ ਹੁਣ ਇਹਨਾਂ ਨੂੰ 2-4 ਦਿਨਾਂ ਦੇ ਵਿੱਚ ਅਸੀਂ ਸੇਲ ਕਰ ਦੇਣਾ ਇਹਨਾਂ ਨੂੰ, ਕਿਉਂਕਿ ਇਹਨਾਂ ਦਾ 100 ਦਿਨ ਪੂਰਾ ਹੁੰਦਾ ਜਾਂਦਾ। ਤੇ ਸੇਲ ਦਾ ਤਰੀਕਾ ਕੀ ਹੈ, ਕਿੱਥੇ ਜ਼ਿਆਦਾ ਸੇਲ ਹੁੰਦੇ ਨੇ? ਸੇਲ ਦਾ ਤਰੀਕਾ ਕੀ ਹੈ ਨਾ, ਇੱਥੋਂ ਹੀ ਜਾਣਾ ਵਾ। ਇਹ 10 ਜਾਨਵਰ ਨੇ, ਸਾਡੇ ਕੋਲ 10 ਹੀ ਗਾਹਕ ਨੇ। ਠੀਕ ਹੈ, ਅੱਛਾ ਲਿਆ ਸਾਹਿਬ ਮਾਸ਼ਾਅੱਲਾ ਤੁਸੀਂ ਤੇ ਇਸ ਕੰਮ ਦੇ ਖਿਲਾੜੀ ਹੋ। ਅੱਗੋਂ ਦੋਸਤਾਂ ਨੇ ਈਦ ਵਾਸਤੇ ਜਾਨਵਰ ਤਿਆਰ ਕਰਨੇ ਨੇ ਜੀ, ਠੀਕ ਹੈ ਨਾ, ਉਹ ਦੋਸਤਾਂ ਦੀ ਕੋਈ ਰਹਿਨਮਾਈ ਕਰੋ ਜਿਹੜੇ ਈਦ ਵਾਸਤੇ ਵੱਛੇ ਤਿਆਰ ਕਰਨਾ ਚਾਹੁੰਦੇ ਨੇ। ਈਦ ਵਾਸਤੇ ਅਗਰ ਦੋਸਤ ਵੱਛੇ ਤਿਆਰ ਕਰਨਾ ਚਾਹੁੰਦੇ ਨੇ ਤੇ ਹੁਣ ਖਰੀਦਦਾਰੀ ਕਰ ਲੈਣ, ਉਹਨਾਂ ਨੂੰ 5 ਮਹੀਨੇ ਵੰਡਾ ਪਾਉਣ ਤੇ ਆਪਣਾ ਰਿਜ਼ਲਟ ਲੈਣ। ਉਹਦੀ ਖਰੀਦਦਾਰੀ ਦੇ ਮੁਤਲਕ ਦੱਸੋ ਨਾ, ਕਿਸ ਰੇਂਜ ਵਿੱਚ ਖਰੀਦਦਾਰੀ ਕਰਨ? ਤੁਹਾਡੀ ਡਿਪੈਂਡ ਕਰਦੀ ਹੈ ਤੁਹਾਡੇ ਯਾਨੀ ਕਿ ਤੁਸੀਂ ਕਿਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦੇ ਹੋ। ਅਗਰ ਤੁਸੀਂ ਲੱਖ ਦਾ ਜਾਨਵਰ ਅੱਜ ਖਰੀਦੋਗੇ ਤੇ ਉਹ ਲੱਖ ਹੀ ਤੁਹਾਨੂੰ ਮੁਨਾਫਾ ਦੇਗਾ। ਅਗਰ 50,000 ਦਾ ਜਾਨਵਰ ਖਰੀਦੋਗੇ ਤੇ 50,000 ਹੀ ਮੁਨਾਫਾ ਦੇਗਾ। ਅਗਰ 2 ਲੱਖ ਦਾ ਜਾਨਵਰ ਖਰੀਦੋਗੇ ਤੇ 4 ਲੱਖ ਦਾ ਵਿਕੇਗਾ। ਇਸ ਹਿਸਾਬ ਨਾਲ ਖਰੀਦਦਾਰੀ ਕਰੋ ਕਿ ਜਿੰਨੇ ਤੁਹਾਡੇ ਕੋਲ ਪੈਸੇ ਨੇ, ਜਿੰਨੀ ਤੁਹਾਡੀ ਸਮਝ ਕੰਮ ਕਰਦੀ ਹੈ, ਉਹਨੇ ਜਾਨਵਰ ਖਰੀਦ ਲਵੋ ਇਨਸ਼ਾਅੱਲਾ। ਇਹ ਬੜਾ ਬੈਸਟ ਵਕਤ ਹੈ ਕੁਰਬਾਨੀ ਵਾਲੇ ਜਾਨਵਰ ਖਰੀਦਣ ਦਾ ਤੇ ਉਹਨਾਂ ਨੂੰ ਵੰਡਾ ਇਸਤੇਮਾਲ ਕਰਵਾਉਣ ਦਾ। ਠੀਕ ਹੈ ਜੀ।
ਸਰ ਹੁਣ ਜਿਹੜਾ ਤੁਹਾਡਾ ਰੇਟ ਟੋਟਲ ਜਾਨਵਰਾਂ ਦਾ ਲੱਗਿਆ ਉਹਦੇ ਮੁਤਾਬਕ ਫੀ ਜਾਨਵਰ ਤੁਹਾਨੂੰ 20000 ਬਚਤ ਦੇ ਰਿਹਾ ਜੀ ਤਕਰੀਬਨ 3,80,000 ਟੋਟਲ ਆ ਗਿਆ ਜੀ। ਖਰਚਾ ਤੇ ਇਹਨਾਂ ਦੀ ਖਰੀਦਦਾਰੀ ਸਮੇਤ 6 ਲੱਖ ਪਾਣੇ ਆ ਅਸੀਂ 4 ਲੱਖ ਹੀ ਪਾਣੇ ਆ ਜੀ ਟੋਟਲ ਇਹਨਾਂ ਦੀ ਖਰੀਦ 2.5 ਲੱਖ ਖਰਚਾ ਪਾਣੇ ਆ ਨਾ ਠੀਕ ਹੈ ਖੁਰਾਕ ਦਾ ਤੇ 1,80,000 ਇਹਨਾਂ ਦੀ ਖਰੀਦ ਦਾ 4 ਲੱਖ ਹੋ ਗਿਆ ਬਿਲਕੁਲ ਠੀਕ ਹੈ ਆਪਣੀ ਮਿਹਨਤ ਹੈ ਉਹ ਭਾਵੇਂ ਜਿੰਨੀ ਮਰਜ਼ੀ ਭਾਵੇਂ ਪਾਓ ਤੇ ਭਾਵੇਂ ਨਾ ਪਾਓ ਜੀ ਜੀ ਉਹ ਹੈ ਵੇਖਣ ਵਾਲਿਆਂ ਨੂੰ ਜਿਹੜੇ ਇਹ ਕੰਮ ਕਰਨਾ ਚਾਹੁੰਦੇ ਨੇ ਹੋਰ ਕੋਈ ਅਹਿਮ ਗੱਲ ਜਿਹੜੀ ਮੈਂ ਨਹੀਂ ਪੁੱਛੀ ਤੁਸੀਂ ਅਗਰ ਦੱਸਣਾ ਚਾਹੋ ਅਹਿਮ ਗੱਲ ਇਹ ਹੀ ਹੈ ਕਿ ਮਨ ਸਵਾ ਦੀ ਖਰੀਦ ਕਰੋ ਤੇ ਰਿਜ਼ਲਟ ਤੁਹਾਡੇ ਸਾਹਮਣੇ ਨੇ ਹੋਰ ਦੋਸਤਾਂ ਤੁਹਾਨੂੰ ਕਾਲਾਂ ਵੀ ਕੀਤੀਆਂ ਹੋਣੀਆਂ ਨੇ ਜਿਹੜੇ ਕੋਈ ਉਹਨਾਂ ਅਹਿਮ ਸਵਾਲ ਪੁੱਛੇ ਜੋ ਵੀ ਜਿਸ ਵੀ ਦੋਸਤ ਨੂੰ ਕੋਈ ਕਿਸੇ ਵੀ ਗੱਲ ਦੀ ਪਰੇਸ਼ਾਨੀ ਹੈ ਉਹ ਫੋਨ ਕਰ ਸਕਦਾ ਫੋਨ ਨੰਬਰ ਮੇਰਾ ਅੱਗੇ ਵੀ ਉਹਨਾਂ ਦੇ ਕੋਲ ਮੌਜੂਦ ਹੈ ਤੇ ਹੁਣ ਵੀ ਮੈਂ ਦੇ ਦਿੰਦਾ ਇਹ ਜੀ ਸਰ ਮੋਬਾਈਲ ਨੰਬਰ ਬੋਲ ਦਿਓ 0342 7762 ਠੀਕ ਹੈ ਇਹ ਮੇਰਾ ਨੰਬਰ ਹੈ ਤੇ ਅੱਗੇ ਵੀ ਮੇਰਾ ਇਹੋ ਹੀ ਨੰਬਰ ਚੱਲਦਾ ਜੀ ਜੀ ਹੁਣ ਵੀ ਇਹ ਨੰਬਰ ਚੱਲਦਾ ਵੇ ਅਗਰ ਕਿਸੇ ਦੋਸਤ ਨੇ ਜਾਨਵਰ ਵੀ ਖਰੀਦਣੇ ਹੋਣ ਤੇ ਉਹ ਦਿਹਾੜੀ ਦੋ ਦੇ ਵਿੱਚ ਰਾਬਤਾ ਕਰ ਸਕਦਾ ਠੀਕ ਹੈ ਬਹੁਤ 7 ਲੱਖ ਰੁਪਇਆ ਡਿਮਾਂਡ 6 ਲੱਖ ਰੁਪਇਆ ਸਾਨੂੰ ਮਿਲਦਾ ਠੀਕ ਹੈ ਯਾਨੀ ਕਿ 6 ਤੋਂ ਉੱਤੇ ਸੇਲ ਕਰਨੇ ਨੇ 6 ਉੱਤੇ ਸੇਲ ਕਰਨੇ ਨੇ ਆਹ ਠੀਕ ਹੈ ਆ ਟੋਟਲ 9 ਕੱਟੇ ਤੇ ਇੱਕ ਬੱਚਾ ਇਹ 9 ਕੱਟੇ ਨੇ ਤੇ ਇੱਕ ਬੱਚਾ ਹੈ ਠੀਕ ਹੈ ਕਿਉਂਕਿ ਇਹ ਵੀ ਤਜਰਬਾ ਕਰ ਲਿਆ ਵੇ ਕਿ ਬੱਚੇ ਜ਼ਿਆਦਾ ਵਜ਼ਨ ਕਰਦੇ ਨੇ ਜਾਂ ਕੱਟੇ ਜ਼ਿਆਦਾ ਵਜ਼ਨ ਕਰਦੇ ਨੇ ਕੌਣ ਜ਼ਿਆਦਾ ਕਰਦੇ ਨੇ ਹਾਂ ਬਾਕੀ ਸੇਮ ਆ ਰਿਹਾ ਵੇ ਉਹ ਵੇਖ ਲਓ ਵਿੱਚ ਹੀ ਉਹ ਮਹਿਸੂਸ ਹੀ ਨਹੀਂ ਹੁੰਦਾ ਕਿ ਉਹ ਬੱਚਾ ਹੈ ਠੀਕ ਉਹ ਕੱਟਾ ਹੀ ਬਣ ਗਿਆ ਅੱਛਾ ਸਰ ਇੱਥੇ ਇੱਕ ਹੋਰ ਚੀਜ਼ ਪੁੱਛ ਲਵਾਂ ਇਹਨਾਂ ਦਾ ਹੁਣ ਜਿਹੜਾ ਵਜ਼ਨ ਹੈ ਐਵਰੇਜ ਗੋਸ਼ਤ ਕਿੰਨਾ ਕੁ ਹੋ ਗਿਆ ਜੀ ਇਹਨਾਂ ਦਾ ਵਜ਼ਨ 3 ਮਣ ਤੋਂ ਉੱਤੇ ਵੇ ਗੋਸ਼ਤ 3 ਮਣ ਤੋਂ ਉੱਤੇ ਵੇ ਗੋਸ਼ਤ ਤਾਂ ਹੀ ਅਸੀਂ ਵੀ 60,000 ਰੁਪਇਆ ਮੰਗਨੇ ਆ ਅਸੀਂ ਕੋਈ ਪਾਗਲ ਅਸੀਂ ਮਾਲ ਮੁੱਲ ਮੰਗਣ ਦੇ ਆ ਸਾਨੂੰ ਮਾਲ ਮੁੱਲ ਲਾ ਕੇ ਗਏ ਨੇ ਲੋਕੀ 6 ਲੱਖ ਰੁਪਇਆ ਐਵੇਂ ਤਾਂ ਨਹੀਂ ਕੋਲ ਆ ਗਿਆ ਜੀ ਜੀ ਇਹਨਾਂ ਦੇ ਵਿੱਚ ਗੋਸ਼ਤ ਹੈ ਨਾ ਤਾਂ ਲਾ ਗਿਆ ਠੀਕ ਹੈ ਜੀ ਲਿਆ ਕਿ ਅਸੀਂ 6 ਲੱਖ ਦੇ ਦੇਣੇ ਨਹੀਂ 6 ਲੱਖ ਤੋਂ ਹਾਂ ਉੱਤੇ ਵੇਚਣੇ ਨੇ ਹਜੇ ਸਾਡੇ ਕੋਲ 9 ਬੋਰੀਆਂ ਨੇ ਅਲਹਮਦੁਲਿਲਾ ਤੇ 9 ਬੋਰੀਆਂ ਨਾਲ ਅਸੀਂ ਇਹਨਾਂ ਦਾ ਤਕਰੀਬਨ ਇਹ ਕਹਿ ਲਵੋ ਕਿ 10 ਬੋਰੀਆਂ ਸਾਨੂੰ 40 ਕਿਲੋ ਦੀ ਬੋਰੀ ਹੈ ਤੇ 10 ਕਿਲੋ ਵਜ਼ਨ ਦਿੰਦੀ ਹੈ ਹਜੇ ਅਸੀਂ ਅਗਰ 10 ਦਿਨ ਸੇਲ ਨਾ ਕਰੀਏ ਤੇ ਅਸੀਂ 2 ਮਣ ਗੋਸ਼ਤ ਹੋਰ ਲੈ ਸਕਦੇ ਹਾਂ ਜੇ 2 ਮਣ ਗੋਸ਼ਤ ਹੋਰ ਹੋਇਆ ਤਾਂ ਫਿਰ ਹਾਂ ਹੋਰ ਪੈਸੇ ਲੈਣੇ ਨੇ ਜੀ ਜੀ ਪੈਸੇ ਲੈਣੇ ਨੇ ਅਸੀਂ ਰੇਟ ਜ਼ਿਆਦਾ ਹੀ ਆਣਾ ਹਾਂਜੀ ਠੀਕ ਹੈ ਜੀ ਲਿਆ ਸਾਹਿਬ ਬਹੁਤ ਸ਼ੁਕਰੀਆ ਜੀ ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਹੈ ਬੜੀ ਸੋਹਣੀ ਤੁਮਦਾ ਗੁਫ਼ਤਗੂ ਕੀਤੀ ਹੈ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਅੱਲਾ ਹਾਫਿਜ਼